आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਰਦਾ ਸ਼ਬਦ ਕੋ ਹੋਏ ਸੋ ਬਰਨੈ, ਅਰਥ ਸੁਨਾਵੈ ਕਰ ਕਰ ਨਿਰਨੈ। ਖਸ਼ਟ ਸੰਦੇਹ ਛੇਦ ਨੋ ਮਾਨ, ਪ੍ਰਸ਼ਨ ਕਰੈ ਉੱਤਰ ਦੇ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਗੁਰੂ ਚਰਨਾਂ 'ਚ ਬੈਠ ਕਰਕੇ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਵਰਿਆਮ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਹਰ ਰੋਜ਼ ਸ਼ਾਮਾਂ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਿਹੜੇ ਮਹਾਨ ਕਰਨੀਆਂ ਵਾਲੇ ਗੁਰਸਿੱਖ ਹੋਏ ਹਨ, ਉਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿੱਚ ਕੀਤਾ ਹੈ। ਭਾਈ ਸਾਹਿਬ ਜੀ ਦੀ ਇਸ ਵਾਰ ਦਾ ਟੀਕਾ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਲਿਖਦੇ ਹਨ ਵੀ ਇਹਨਾਂ ਸਿੱਖਾਂ ਨੇ ਗੁਰੂ ਸਾਹਿਬਾਂ ਕੋਲ ਜੋ ਜੋ ਪ੍ਰਸ਼ਨ ਕੀਤੇ, ਗੁਰੂ ਸਾਹਿਬ ਨੇ ਉਹਨਾਂ ਦਾ ਉੱਤਰ ਦਿੱਤਾ। ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਦਰਗਾਹ, ਭਾਈ ਤਖਤੂ ਇਤਿਆਦਿਕ ਹੋਰ ਗੁਰਸਿੱਖ ਗੁਰੂ ਸਾਹਿਬਾਂ ਦੀ ਹਜ਼ੂਰੀ 'ਚ ਆਏ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਕੁਝ ਸਿੱਖ ਗੁਰੂ ਦੀ ਬਾਣੀ ਦਾ ਪਾਠ ਕਰਦੇ ਹਨ, ਕੀਰਤਨ ਕਰਦੇ ਹਨ, ਕਥਾ ਕਰਦੇ ਹਨ, ਸਰੋਤਿਆਂ ਦਾ ਮਨ ਜੁੜਦਾ ਨਹੀਂ। ਪਰ ਜਦੋਂ ਭਾਈ ਨਿਵਲਾ, ਭਾਈ ਨਿਹਾਲੂ ਜੀ ਕਥਾ ਕਰਦੇ ਹਨ ਤਾਂ ਜਿਹੜਾ ਵੀ ਸਰੋਤਾ ਬੈਠਾ ਹੋਵੇ ਉੱਥੇ ਹੀ ਬੈਠਾ ਰਹਿੰਦਾ ਹੈ। ਇਕਾਗਰ ਚਿੱਤ ਹੋ ਕੇ ਸਾਰੀ ਕਥਾ ਸੁਣ ਕੇ ਜਾਂਦੇ ਹਨ ਔਰ ਉਹਨਾਂ ਦੀ ਕਥਾ ਸਾਡੇ ਮਨ 'ਤੇ ਅਸਰ ਵੀ ਕਰਦੀ ਹੈ। ਇਸ ਦਾ ਕੀ ਕਾਰਨ ਹੈ? ਤਾਂ ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ, ਕਥਾ ਕਰਨ ਵਾਲੇ ਵਿੱਚ 14 ਗੁਣ ਹੁੰਦੇ ਹਨ ਔਰ ਕਥਾ ਸੁਣਨ ਵਾਲੇ ਵਿੱਚ ਵੀ 14 ਹੀ ਗੁਣ ਹੁੰਦੇ ਹਨ। ਜੇ 14 ਗੁਣ ਬਖਤਾ ਵਿੱਚ ਹੋਣ, 14 ਹੀ ਸਰੋਤਾ ਵਿੱਚ ਹੋਣ, ਤਾਂ ਉਹ ਕਥਾ ਸੱਚਖੰਡ ਲੈ ਜਾਂਦੀ ਹੈ। ਉਸ ਕਥਾ ਬਾਰੇ ਗੁਰਬਾਣੀ ਦਾ ਫਰਮਾਨ ਹੈ, ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਕਥਾ ਕਰਨ ਵਾਲੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹੈ? 5 ਗੁਣ ਆਪਾਂ ਰਾਤੀ ਸਰਵਣ ਕੀਤੇ ਸੀ। 6ਵੇਂ ਦਾ ਜ਼ਿਕਰ ਸਤਿਗੁਰੂ ਛੇਵੇਂ ਪਾਤਸ਼ਾਹ ਕਰ ਰਹੇ ਨੇ, ਅੱਗੇ ਲੜੀ ਚੱਲੇਗੀ। ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਰਦਾ ਸ਼ਬਦ ਕੋ ਹੋਏ ਸੋ ਬਰਨੈ। 5ਵਾਂ ਇਹ ਗੁਣ ਹੈ ਵੀ ਜਿਹੜਾ ਸ਼ਬਦ ਦਾ ਸਿਧਾਂਤ ਹੈ, ਜੋ ਸ਼ਬਦ ਦੀ ਆਤਮਾ ਹੈ, ਉਹਦਾ ਹੀ ਵਰਣਨ ਕਰੇ। ਆਪਣੇ ਸਵਾਰਥ ਲਈ ਗੁਰਬਾਣੀ ਦੀਆਂ ਪੰਕਤੀਆਂ ਤਰੋੜ ਮਰੋੜ ਕੇ ਨਾ ਪੇਸ਼ ਕਰੇ। ਅੱਜ ਕੱਲ੍ਹ ਜਿਹੜਾ ਸਾਡਾ ਰੁਝਾਨ ਚੱਲਿਆ ਹੋਇਆ ਹੈ, ਆਪਣੇ ਆਪਣੇ ਮਤਲਬ ਦੀਆਂ ਪੰਕਤੀਆਂ ਲੈ ਲੈਂਦੇ ਨੇ ਅਤੇ ਆਪਣੀ ਗੱਲ ਨੂੰ ਸਿੱਧ ਕਰਨ ਲਈ ਗੁਰੂ ਸਾਹਿਬ ਜੀ ਦੀ ਬਾਣੀ ਦਾ ਗਲਤ ਅਰਥ ਕਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੱਖ ਐਸਾ ਨਾ ਕਰੇ, ਜੋ ਗੁਰੂ ਦੇ ਸ਼ਬਦ ਦਾ ਸਿਧਾਂਤ ਹੈ ਉਹੀ ਵਰਣਨ ਕਰੇ। ਅਰਥ ਸੁਨਾਵੈ ਕਰ ਕਰ ਨਿਰਣੈ। ਨਿਰਣਾ ਕਰਕੇ ਅਰਥ ਸੁਣਾਵੇ। ਜੋ ਸੰਪਰਦਾਏ ਵਿੱਚ ਵੱਡੇ ਬਜ਼ੁਰਗਾਂ ਨੇ ਅਰਥ ਪੜ੍ਹਾਏ ਹਨ, ਉਹਨਾਂ ਅਰਥਾਂ ਦੇ ਅਨੁਸਾਰ ਹੀ ਕਥਾ ਕਰੇ। ਖਸ਼ਟ ਸੰਦੇਹ ਛੇਦ ਨੋ ਮਾਨ। 6ਵਾਂ ਗੁਣ ਇਹ ਹੈ, ਉਹਨੂੰ ਕਹਿੰਦੇ ਆ ਵੀ ਜੋ ਸੰਦੇਹ ਛੇਦਨ,
ਸੰਦੇਹ ਮੈਨੇ ਸ਼ੰਕਾ, ਕੋਈ ਡਾਊਟ ਹੈ, ਕੋਈ ਸ਼ੰਕਾ ਹੈ ਕਥਾ ਸੁਣ ਕੇ ਸਰੋਤੇ ਨੂੰ ਪਿਆ, ਤੇ ਉਹ ਸਰੋਤਾ ਪੁੱਛੇ ਵੀ ਮੈਨੂੰ ਆਹ ਗੱਲ ਸਮਝ ਨਹੀਂ ਆਈ, ਕਿਰਪਾ ਕਰਕੇ ਸਮਝਾਓ, ਤਾਂ ਉਸ ਸਰੋਤੇ ਨੂੰ ਬੜੇ ਪਿਆਰ ਨਾਲ ਸਮਝਾਉਣਾ ਵੀ ਜਾਣਦਾ ਹੋਵੇ। ਪ੍ਰਸ਼ਨ ਕਰੈ ਉਤਰ ਦੇ ਜਾਨ। ਜੇ ਕੋਈ ਸਰੋਤਾ ਕਿਸੇ ਤਰ੍ਹਾਂ ਦਾ ਪ੍ਰਸ਼ਨ ਕਰੇ ਤੇ ਉਹਦਾ ਉੱਤਰ ਵੀ ਆਉਂਦਾ ਹੋਵੇ, ਜਵਾਬ ਵੀ ਆਉਂਦਾ ਹੋਵੇ ਗੱਲ ਦਾ, ਵੀ ਇਹ ਬਚਨ ਇਸ ਤਰ੍ਹਾਂ ਹੈ, ਫਲਾਣੇ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਹਦਾ ਇਹ ਕਾਰਨ ਹੈ, ਇਸ ਕਰਕੇ ਮਹਾਂਪੁਰਸ਼ਾਂ ਨੇ ਇਹ ਬਚਨ ਬੋਲਿਆ ਹੈ, ਲਿਖਿਆ ਹੈ, ਸੋ ਇਹ ਸਾਰੀ ਗੱਲ ਸਮਝਾ ਸਕਦਾ ਹੋਵੇ, ਜਗਿਆਸੂ ਦਾ ਸ਼ੰਕਾ ਦੂਰ ਕਰ ਸਕਦਾ ਹੋਵੇ। ਜਥਾ ਸ਼ਬਦ ਕੋ ਆਸ਼ਾ ਅਹ। ਜੋ ਸ਼ਬਦ ਦਾ ਆਸ਼ਾ ਹੈ, ਸ਼ਬਦ ਦਾ ਸਿਧਾਂਤ ਹੈ, ਜਿਸ ਲਈ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਹੈ, ਉਸ ਸਿਧਾਂਤ ਦੀ ਵਿਆਖਿਆ ਕਰੇ। ਤਥਾ ਪ੍ਰਮਾਣ ਸੋ ਸਾਖੀ ਕਹ। ਸਾਖੀ ਵੀ ਉਹਦੇ ਨਾਲ ਉਦਾਂ ਦੀ ਲਾਵੇ, ਪ੍ਰਮਾਣ ਵੀ ਉਦਾਂ ਦਾ ਹੀ ਲਾਵੇ। ਇਹ ਨਾ ਹੋਵੇ ਵੀ ਸ਼ਬਦ ਹੋਰ ਹੋਵੇ, ਕਹਾਣੀਆਂ ਕੋਈ ਹੋਰ ਹੀ ਸੁਣਾਈ ਜਾਵੇ, ਗੱਲ ਕਿਤੋਂ ਦੀ ਸੁਣਾਣੀ ਕਿਤੇ, ਕਹੀਂ ਕੀ ਈਂਟ ਕਹੀਂ ਕਾ ਰੋੜਾ, ਤੇ ਭਾਨਮਤੀ ਨੇ ਕੁੰਭਾ ਜੋੜਾ। ਅੱਜ ਕੱਲ੍ਹ ਇਹ ਕੰਮ ਚੱਲ ਪਿਆ, ਗੁਰਬਾਣੀ ਦਾ ਸਿਧਾਂਤ ਕੁਝ ਹੋਰ ਹੈ ਤੇ ਸਾਖੀਆਂ ਕੋਈ ਹੋਰ ਜੋੜਤੀਆਂ ਨਾਲ, ਕਹਾਣੀਆਂ ਕੋਈ ਹੋਰ ਜੋੜ ਦਿੱਤੀਆਂ। ਮਹਾਰਾਜ ਕਹਿੰਦੇ ਐਸਾ ਪਾਪ ਨਾ ਕਰੇ। ਜੈਸੇ ਬੁੱਧ ਮੈਂ ਸਰੋਤਾ ਜਾਣੇ। ਇਸ ਤਰੀਕੇ ਨਾਲ ਸਮਝਾਵੇ ਵੀ ਜਿਹੜਾ ਸਰੋਤੇ ਨੂੰ ਛੇਤੀ ਸਮਝ ਆ ਜਾਵੇ। ਜਿੰਨੀ ਕੁ ਸਰੋਤਿਆਂ ਦੀ ਬੁੱਧੀ ਹੈ, ਜਿੰਨੀ ਕੁ ਸਰੋਤਿਆਂ ਦੀ ਸਮਝ ਹੈ, ਉਹਦੇ ਮੁਤਾਬਕ ਉਹਨਾਂ ਨੂੰ ਕਥਾ ਕਰਕੇ ਸੁਣਾਵੇ। ਜੇ ਸਰੋਤਿਆਂ ਦੀ ਸਮਝ ਹੀ ਨਾ ਆਵੇ, ਬੋਲੀ ਗਿਆ, ਸਰੋਤੇ ਬੈਠੇ ਵੇਖੀ ਜਾਣ, ਵੀ ਅੰਗਰੇਜ਼ੀ ਬੋਲੀ ਗਿਆ, ਵਿਚਾਰਿਆਂ ਨੂੰ ਪੰਜਾਬੀ ਵੀ ਮਸੀਂ ਸਮਝ ਆਉਂਦੀ, ਉਹਦੇ ਸਾਹਮਣੇ ਅੰਗਰੇਜ਼ੀ ਛੇੜ ਕੇ ਬਹਿ ਜਾਏ, ਤੇ ਉਹ ਆਪਣੇ ਦੱਸਣ ਨੂੰ ਵੀ ਮੈਂ ਬੜਾ ਪੜ੍ਹਿਆ ਹੋਇਆ, ਵੀ ਮੈਨੂੰ ਬੜੀ ਅੰਗਰੇਜ਼ੀ ਆਉਂਦੀ ਹੈ, ਉਹਦਾ ਕੋਈ ਫਾਇਦਾ ਨਹੀਂ। ਸਿੱਧੇ ਸ਼ਬਦਾਂ ਵਿੱਚ ਕਥਾ ਕਰੇ, ਜਿਹਦੇ ਨਾਲ ਛੇਤੀ ਸਮਝ ਆਵੇ। ਜੇ ਕੋਈ ਅੰਗਰੇਜ਼ੀ ਸਮਝ ਸਕਦਾ ਉਹਨੂੰ ਅੰਗਰੇਜ਼ੀ ਸਮਝਾ ਦਿਓ, ਜੇ ਕੋਈ ਫਾਰਸੀ ਸਮਝਦਾ ਫਾਰਸੀ ਸਮਝਾ ਦਿਓ, ਪਰ ਇਹ ਨਹੀਂ ਵੀ ਜਿੱਥੇ ਲੋੜ ਨਹੀਂ ਉੱਥੇ ਆਪਣੀ ਫੂਕਰੀ ਮਾਰਨ ਵਾਸਤੇ ਕਥਾ ਕਰੀ ਜਾਵੇ, ਉਹ ਨਾ ਕਰੇ। ਸਰੋਤੇ ਨੂੰ ਸਮਝ ਆਵੇ, ਉਹਦੇ ਮੁਤਾਬਕ ਸਰਲ ਸ਼ਬਦਾਂ ਵਿੱਚ ਕਥਾ ਕਰੇ। ਤਿਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨੈ। ਸਾਖੀ ਵੀ ਉਦਾਂ ਦੀ ਲਾਵੇ, ਦ੍ਰਿਸ਼ਟਾਂਤ ਉਦਾਹਰਣ ਵੀ ਜਿਹੜੀ ਹੈ ਉਹ ਵੀ ਉਸ ਹਿਸਾਬ ਦੀ ਦਵੇ, ਜਿਹਦੇ ਨਾਲ ਸਰੋਤੇ ਨੂੰ ਛੇਤੀ ਗ੍ਰਹਿਣ ਹੋ ਜਾਵੇ, ਗੱਲ ਸਮਝ ਆ ਜਾਵੇ। ਸਪਤਮ ਕੁਸ਼ਲ ਸਕਲ ਮਤ ਕੇਰੋ। ਤੇ ਸਤਵੀਂ ਗੱਲ ਇਹ ਹੈ ਵੀ ਕਥਾ ਕਰਨ ਵਾਲਾ ਸਾਰਿਆਂ ਮਤਾਂ ਦਾ ਜਾਣੂ ਵੀ ਹੋਵੇ, ਸਾਰੇ ਸਿਧਾਂਤ ਪੜ੍ਹੇ ਹੋਣ, ਦੂਸਰੇ ਮਤਾਂ ਦੇ, ਹਿੰਦੂ ਧਰਮ ਦੇ, ਮੁਸਲਮਾਨਾਂ ਦੇ, ਈਸਾਈਆਂ ਦੇ, ਜੈਨੀਆਂ, ਬੋਧੀਆਂ ਦੇ ਮਤਾਂ ਦਾ ਵੀ ਗਿਆਨ ਹੋਵੇ। ਇਹ ਨਹੀਂ ਵੀ ਆਪਣੀ ਹੀ ਡਫਲੀ ਵਜਾਈ ਜਾਵੇ, ਦੂਜੇ ਦੀ ਗੱਲ ਸੁਣੇ ਨਾ। ਜੇ ਸਾਨੂੰ ਦੂਜੇ ਦੀ ਗੱਲ ਦਾ ਪਤਾ ਹੋਵੇਗਾ ਤਾਂ ਹੀ ਅਸੀਂ ਉਹਦਾ ਖੰਡਨ ਵੀ ਕਰ ਸਕਦੇ ਹਾਂ, ਮੰਡਨ ਵੀ ਕਰ ਸਕਦੇ ਹਾਂ। ਜੇ ਗੱਲ ਹੀ ਪੱਲੇ ਨਹੀਂ, ਕੁਛ ਪਤਾ ਹੀ ਨਹੀਂ ਦੂਜੇ ਬਾਰੇ, ਫਿਰ ਅਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਸਾਰੇ ਮਤਾਂ ਦਾ ਜਾਣੂ ਹੋਵੇ, ਸਾਰੇ ਧਰਮਾਂ ਬਾਰੇ, ਸਾਰੇ ਸਿਧਾਂਤਾਂ ਬਾਰੇ, ਸਾਰੇ ਸ਼ਾਸਤਰਾਂ ਬਾਰੇ ਪੜ੍ਹਿਆ ਹੋਵੇ। ਸੁਨੇ ਹੋਏ ਸ਼ਾਸਤਰਨ ਕੇ ਝੇਰੋ। ਸਾਰੇ ਸ਼ਾਸਤਰਾਂ ਦੇ ਝਗੜੇ ਸੁਣੇ ਹੋਣ। ਵਿਦਾਂਤ ਕੀ ਕਹਿੰਦਾ ਹੈ, ਯੋਗ ਦਾ ਮਤ ਕੀ ਹੈ, ਨਿਆਏ ਦਾ ਮਤ ਕੀ ਹੈ, ਪੂਰਬ ਮੀਮਾਂਸਾ ਦਾ ਸਿਧਾਂਤ ਕੀ ਹੈ, ਜੈਮਨੀ ਮੁਨੀ ਦਾ ਕੀ ਸਿਧਾਂਤ ਹੈ, ਔਰ ਨਾਸਤਿਕ ਮਤਾਂ ਦਾ ਕੀ ਸਿਧਾਂਤ ਹੈ, ਇਸਲਾਮ ਦਾ ਕੀ ਸਿਧਾਂਤ ਹੈ, ਜੈਨ ਧਰਮ ਦਾ ਕੀ ਸਿਧਾਂਤ ਹੈ, ਬੁੱਧ ਧਰਮ ਦਾ ਕੀ ਸਿਧਾਂਤ ਹੈ, ਉਹ ਸਾਰੇ ਉਹਨਾਂ ਦਾ ਆਪਸ ਵਿੱਚ ਮਤਭੇਦ ਕੀ ਹੈ, ਉਹਨਾਂ ਸਿਧਾਂਤਾਂ ਦੀ ਲੜਾਈ ਕੀ ਹੈ, ਉਹ ਵੀ ਸੁਣਿਆ ਹੋਵੇ, ਸਮਝਿਆ ਹੋ। ਦੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੇਦ ਵਿਆਸ ਕਹਿੰਦੇ ਹਾਂ ਅਸੀਂ ਸਿੱਖੀ ਦਾ। ਭਾਈ ਸਾਹਿਬ ਜੀ ਕਾਸ਼ੀ ਵਿੱਚ ਗਏ, ਜਿੱਥੇ ਪੰਡਿਤ ਵਾਲ ਦੀ ਖੱਲ ਲਾ ਦਿੰਦੇ ਹੈ, ਕਿਸੇ ਨੂੰ ਬੋਲਣ ਨਹੀਂ ਦਿੰਦੇ। ਭਾਈ ਸਾਹਿਬ ਨੇ 700 ਪੰਡਿਤ ਸਿੱਖ ਬਣਾਇਆ ਸੀਗਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ ਨਾ ਪੰਡਿਤ, ਬੜੇ ਬੜੇ ਵਿਦਵਾਨ, ਸ਼ਾਸਤਰਾਂ ਦੇ ਗਿਆਤਾ। ਭਾਈ ਸਾਹਿਬ ਗੁਰਦਾਸ ਜੀ ਨੇ ਸਾਰਿਆਂ ਨੂੰ ਹੀ ਆਪਣੀ ਦਲੀਲ ਨਾਲ ਕਾਇਲ ਕਰ ਲਿਆ। ਅੱਜ ਕੱਲ੍ਹ ਉੱਥੇ ਗੁਰਦੁਆਰਾ ਚੇਤਨ ਮੱਠ ਭਾਈ ਗੁਰਦਾਸ ਜੀ ਦਾ ਸਥਾਨ ਕਾਸ਼ੀ 'ਚ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਸਥਾਨ ਬਣਿਆ ਹੋਇਆ ਹੈ।
ਸੋ ਸਾਧ ਸੰਗਤ ਜੀ, ਇਹੋ ਜਿਹਾ ਵਿਦਵਾਨ ਹੋਵੇ ਵੀ ਦੂਜੇ ਮਤਾਂ ਦੇ ਸਾਰੇ ਸਿਧਾਂਤਾਂ ਨੂੰ ਸੁਣਿਆ ਹੋਵੇ। ਅਸ਼ਟਮ ਖਿਆਤ ਵਿਖੇਪ ਕ੍ਰਿਤਾਨ। ਅੱਠਵਾਂ ਜਿਹੜਾ ਗੁਣ ਹੈ ਉਹ ਹੈ ਕਿ ਵਿਖੇਪ ਕਿਰਤੌਨ। ਹਾਂਜੀ, ਕਥਾ ਪ੍ਰਸੰਗ ਹੋਤ ਹੈ ਜਾਨ। ਉਹ ਇਹ ਹੈ ਵੀ ਜਿਹੜਾ ਕਥਾ ਦਾ ਪ੍ਰਸੰਗ ਹੋਵੇ, ਜਿਹੜਾ ਵੀ ਹੋਵੇ, ਅਪਰ ਜੋ ਮਤ ਸਾਖੀ ਸੋ ਪ੍ਰਮਾਨ। ਉਹਦੇ ਵਿੱਚ ਕੋਈ ਹੋਰ ਕਹਾਣੀ ਨਾ ਲੈ ਕੇ ਵਾੜੇ, ਹੋਰ ਸਾਖੀ ਹੋਰ ਪ੍ਰਮਾਣ ਜਿਹੜਾ ਉਹਦੇ ਨਾਲ ਨਾ ਢੁਕਦਾ ਹੋਵੇ ਉਹ ਨਾ ਕਰੇ। ਆਸ਼ੈ ਸਮਝਨ ਕਰੈ ਬਖਾਨ। ਸ਼ਬਦ ਦਾ ਆਸਾ ਸਮਝ ਕੇ, ਸਿਧਾਂਤ ਸਮਝ ਕੇ ਵਿਆਖਿਆ ਕਰੇ। ਨਵਮ ਅਵਿੰਗ ਜੋ ਸੂਦਾ ਬੈਸੇ। ਨੌਵਾਂ ਗੁਣ ਹੈ ਵੀ ਸਿੱਧਾ ਬੈਠੇ, ਇਹ ਨਾ ਹੋਵੇ ਵੀ ਕਦੀ ਬਾਹਾਂ ਉਤਾਂ ਕਰੀ ਜਾਵੇ, ਕਦੀ ਏਦਾਂ ਬਹਿ ਜਾਏ, ਕਦੀ ਏਦਾਂ ਬਹਿ ਜਾਏ, ਉਹ ਨਾ ਹੋਵੇ। ਬੈਠਣ ਵੇਲੇ ਵੀ ਤਿਆਰ ਬਰਤ ਸਿੱਧਾ ਹੋ ਕੇ ਬੈਠੇ ਕਥਾ ਵਿੱਚ। ਜਿਵੇਂ ਸਤਿਕਾਰਯੋਗ ਭਾਈ ਮਾਨ ਸਿੰਘ ਜੀ ਚੌਰ ਸਾਹਿਬ ਇੰਗਲੈਂਡ, ਉਹ ਕਹਿੰਦੇ ਵੀ ਜਿਹੜਾ ਵੀ ਸੰਗਤ 'ਚ ਆਇਆ ਕਰੇ ਤੇ ਉਹ ਪਿੱਛੇ ਲੱਗ ਕੇ ਬਹਿ ਜਾ ਕਰਨ ਸਰੋਤੇ, ਤੇ ਪੈਰ ਪਸਾਰ ਕੇ। ਗਿਆਨੀ ਜੀ ਕਹਿੰਦੇ ਜੇ ਮੈਂ ਸਿੱਧਾ ਬੈਠਾ ਤੁਸੀਂ ਵੀ ਸਿੱਧੇ ਬਹਿ ਕੇ ਸੁਣੋ। ਉਹ ਫਿਰ ਨਾ ਮੰਨੇ। ਗਿਆਨੀ ਜੀ ਲੰਮੇ ਪੈ ਗਏ ਸਟੇਜ ਦੇ ਉੱਤੇ, ਕਹਿੰਦੇ ਮੈਂ ਤੇ ਬੁੱਢਾ ਬੰਦਾ, ਤੁਸੀਂ ਤੇ ਮੇਰੇ ਤੋਂ ਘੱਟ ਉਮਰ ਦੇ ਹੋ। ਫਿਰ ਸਾਰੇ ਮੰਨੇ ਵੀ ਠੀਕ ਹੈ, ਸਿੱਧੇ ਬਹਿਣਾ ਚਾਹੀਦਾ, ਸਾਵਧਾਨ ਇਕਾਗਰ ਚੀਤ। ਸੋ ਨੌਵਾਂ ਗੁਣ ਹੈ ਅਵਿੰਗ, ਸਿੱਧਾ ਬੈਠੇ। ਮਨ ਭੀ ਸਰਲ ਰਖੈ ਬਿਦ ਤੈਸੇ। ਜਿਵੇਂ ਆਪਣੇ ਸਰੀਰ ਦੀ ਕਿਰਿਆ ਨੂੰ ਸਿੱਧਾ ਰੱਖੇ, ਏਦਾਂ ਆਪਣੇ ਮਨ ਨੂੰ ਵੀ ਸਿੱਧਾ ਰੱਖੇ। ਮਨ ਵਿੱਚ ਵੀ ਫੁਰਨੇ ਪੁੱਠੇ ਸਿੱਧੇ ਨਾ ਪੈਦਾ ਹੋਣ ਦੇਵੇ। ਮਨ ਨੂੰ ਵੀ ਪਰਮੇਸ਼ਰ ਦੀ ਭਗਤੀ ਵਿੱਚ ਭਿਉਂ ਕੇ ਰੱਖੇ। ਦਸਮੋ ਜਨ ਰੰਜਕ ਪਹਿਚਾਨ। ਦਸਵਾਂ ਗੁਣ ਇਹ ਹੈ ਕਥਾ ਕਰਨ ਵਾਲੇ ਦਾ ਵੀ ਸਰੋਤਿਆਂ ਦੇ ਮਨ ਨੂੰ ਖੁਸ਼ ਕਰਨਾ ਜਾਣਦਾ ਹੋਵੇ। ਜਨ ਰੰਜਕ, ਉਹਨੂੰ ਗੱਲ ਕਰਨ ਦਾ ਐਸਾ ਤਰੀਕਾ ਹੋਵੇ ਵੀ ਵੇਖ ਲਵੇ ਵੀ ਹੁਣ ਸੰਗਤ ਸੁਣਦੀ ਸੌਣ ਲੱਗ ਪਈ ਹੈ, ਉਦਾਸ ਹੋਣ ਲੱਗ ਪਈ ਹੈ, ਇਹਨਾਂ ਨੂੰ ਸਮਝ ਨਹੀਂ ਪੈ ਰਹੀ। ਉਹਨਾਂ ਦੇ ਸਮਝ ਪਾਉਣ ਵਾਲੀ ਗੱਲ ਕਰੇ, ਉਹਨਾਂ ਦੇ ਲੈਵਲ ਤੇ ਆ ਕੇ ਗੱਲ ਕਰੇ। ਹਾਂਜੀ, ਜਿਉਂ ਜਿਉਂ ਸਰੋਤਾ ਸੁਨਹਿ ਸੋ ਕਾਨ। ਇਹੋ ਜਿਹੇ ਬਚਨ ਸੁਣਾਵੇ ਜਿਹੜੇ ਸਰੋਤੇ ਸਾਵਧਾਨ ਹੋ ਕੇ ਸੁਣਨ। ਜਿਉਂ-ਜਿਉਂ ਉਹਦੇ ਬਚਨਾਂ ਨੂੰ ਸੁਣਨ, ਤਿਉਂ-ਤਿਉਂ ਰੰਗ ਪ੍ਰੀਤ ਕੋ ਰਚਰੈ। ਤਿਉਂ-ਤਿਉਂ ਸੁਣਨ ਵਾਲਿਆਂ ਦੇ ਮਨ 'ਚ ਗੁਰੂ ਦੇ ਪ੍ਰੇਮ ਦਾ ਰੰਗ ਚੜ੍ਹੇ, ਸ਼ਰਧਾ ਭਗਤੀ ਵਧੇ, ਸ਼ੰਕੇ ਨਾ ਪੈਦਾ ਹੋਣ, ਬਲਕਿ ਗੁਰੂ ਪ੍ਰਤੀ ਸ਼ਰਧਾ ਵਿਸ਼ਵਾਸ ਗੂੜਾ ਹੋਈ ਜਾਵੇ, ਗੁਰੂ ਤੋਂ ਆਪਾ ਵਾਰਨ ਦਾ ਜਜ਼ਬਾ ਪੈਦਾ ਹੋ ਜਾਵੇ। ਇਹੋ ਜੀ ਕਥਾ ਕਰੇ। ਇਮ ਕਹਿ ਸਰਬ ਸਭਾ ਬਸ ਕਰੈ। ਇਹੋ ਜਿਹੇ ਬਚਨ ਕਰਕੇ ਸਾਰੇ ਸਰੋਤਿਆਂ ਦੇ ਮਨ ਨੂੰ ਵਸ ਕਰ ਲਵੇ, ਕਾਬੂ ਕਰ ਲਵੇ। ਚਿਤੈ ਸਭੋ ਇੱਕ ਦਸਮੋ ਜਾਨ। ਕਹਿੰਦੇ ਸਾਰੇ ਦਸਵਾਂ ਗੁਣ ਇਹ ਹੈ, 11ਵਾਂ ਗੁਣ ਇਹ ਹੈ ਸਰੋਤਾ ਸਕਲ ਸਮੁਖ ਸਵਧਾਨ। ਕਿ ਸਾਹਮਣੇ ਸਰੋਤੇ ਸਾਵਧਾਨ ਹੋ ਕੇ ਬੈਠੇ ਹੋਣ। ਇਹ ਨਾ ਹੋਵੇ ਵੀ ਸਰੋਤੇ ਉਬਾਸੀਆਂ ਲੈਣ ਲੱਗ ਜਾਣ ਜਾਂ ਸੌਣ ਲੱਗ ਜਾਣ। ਉਹਨਾਂ ਵੱਲ ਧਿਆਨ ਰੱਖੇ, ਆਪਣੇ ਸਰੋਤਿਆਂ ਵੱਲ। ਸ਼ਰਵਨ ਬੇਲੋਚਨ ਨਿਜ ਦਿਸ਼ ਕਰੈ। ਸਾਰੇ ਸਰੋਤਿਆਂ ਦੇ ਕੰਨ ਵੀ ਆਪਣੇ ਵੱਲ ਲਾ ਲਵੇ, ਸਾਰੇ ਸਰੋਤਿਆਂ ਦੀਆਂ ਅੱਖਾਂ ਵੀ ਆਪਣੇ ਵੱਲ ਲਾ ਲਵੇ। ਜਿੰਨੇ ਬੈਠੇ ਨੇ ਉਹ ਦੇਖਣ ਵੀ ਅੱਗੇ ਹੁਣ ਕੀ ਬੋਲਣ ਲੱਗੇ ਆ, ਕੀ ਬਚਨ ਗੁਰੂ ਦਾ ਆ ਰਿਹਾ ਹੈ, ਕੀ ਗੁਰੂ ਦੀ ਬਾਣੀ ਦਾ ਸ਼ਲੋਕ ਆ ਰਿਹਾ, ਕੀ ਸ਼ਬਦ ਆ ਰਿਹਾ, ਕੀ ਸਾਖੀ ਆ ਰਹੀ ਹੈ। ਅਗਲੇ ਬਚਨ ਸੁਣਨ ਦੀ ਉਤਸੁਕਤਾ ਪੈਦਾ ਕਰ ਦਵੇ। ਚਾਹੇ ਕਿ ਆਗੇ ਕਹਾਂ ਉਚਰੈ। ਸਰੋਤੇ ਇਉਂ ਚਾਹਣ ਵੀ ਅੱਗੇ ਹੁਣ ਕੀ ਹੋਣਾ, ਅਗਲੀ ਗੱਲ ਕੀ ਹੈ, ਅੱਗੇ ਕੀ ਹੋਣ ਵਾਲਾ, ਅੱਗੇ ਕੀ ਉਚਾਰਨ ਕਰਨਗੇ। ਇਹੋ ਜਿਹੀ ਰੁਚੀ ਪੈਦਾ ਕਰ ਦੇਵੇ ਸਰੋਤਿਆਂ ਦੇ ਮਨ ਵਿੱਚ। ਨਾ ਹੰਕ੍ਰਿਤ ਦਵਾਦਸ਼ਮੋ ਹੋਵੇ। 12ਵਾਂ ਗੁਣ ਇਹ ਹੈ ਕਿ ਕਥਾ ਕਰਨ ਵਾਲਾ ਹੰਕਾਰੀ ਨਾ ਹੋਵੇ ਵੀ ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਗਿਆਨੀ ਹਾਂ, ਪਰੇ ਹਟੋ, ਮੇਰੇ ਨਾਲ ਗੱਲ ਨਾ ਕਰੋ। ਇੱਦਾਂ ਦਾ ਹੰਕਾਰੀ ਬਿਰਤੀ ਵਾਲਾ ਨਾ ਹੋਵੇ। ਹਾਂਜੀ, ਸਰਬ ਹੰਕਾਰ ਹਿਰਦੈ ਤੇ ਖੋਵੇ। ਆਪਣੇ ਮਨ ਵਿੱਚੋਂ ਹੰਕਾਰ ਦੂਰ ਕਰਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਵੇ। ਹੋਏ ਰਹੀਐ ਸਗਲ ਕੀ ਰੀਨਾ। ਅੱਜ ਜਿਤਨੀ ਸ੍ਰਿਸ਼ਟੀ ਪ੍ਰਾਣੀ ਮਾਤਰ ਜੀਵ ਹੈ, ਸਾਰਿਆਂ 'ਚ ਪਰਮੇਸ਼ਰ ਦੀ ਜੋਤ ਜਾਣ ਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਐਸੀ ਦ੍ਰਿਸ਼ਟੀ ਬਣਾ ਕੇ ਰੱਖੇ। ਮਨ ਨੀਵਾਂ ਰਾਖਿਆ ਸਭ ਸੰਗ। 6ਵੇਂ ਪਾਤਸ਼ਾਹ ਕਹਿੰਦੇ ਸਾਰਿਆਂ ਦੇ ਨਾਲ ਮਨ ਨੀਵਾਂ ਕਰਕੇ ਰੱਖੇ।
ਗੁਣ ਬੜ ਲਖ ਨਾ ਕਿਸੇ ਚਿਤ ਭੰਗ। ਮੈਂ ਬਹੁਤ ਪੜ੍ਹਿਆ ਹੋਇਆ, ਮੈਂ ਬਹੁਤ ਵਿਦਵਾਨ ਹਾਂ, ਮੈਂ ਸ਼ਾਸਤਰਾਂ ਦਾ ਗਿਆਤਾ ਹਾਂ। ਆਪਣੀ ਵਿਦਿਆ ਦਾ ਹੰਕਾਰ ਕਰਕੇ ਕਿਸੇ ਦਾ ਮਨ ਨਾ ਦੁਖਾਵੇ। ਹੋਏ ਧਾਰਮਿਕ ਤਰੋ ਦਸਵੋਂ ਇਹ। 13ਵਾਂ ਗੁਣ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਥਾ ਕਰਨ ਵਾਲਾ ਧਾਰਮਿਕ ਹੋਵੇ, ਨਾਸਤਕ ਨਾ ਹੋਵੇ, ਧਾਰਮਿਕ ਜੀਵਨ ਵਾਲਾ ਹੋਵੇ। ਕਹੈ ਜੋ ਕਥਾ ਕਮਾਵੇ ਨਿਜ ਤੇਹ। ਜੋ ਕਥਾ ਕਹਿ ਰਿਹਾ ਹੈ ਉਹ ਆਪ ਵੀ ਕਮਾਈ ਕਰੇ। ਇਹ ਨਾ ਹੋਵੇ ਦੂਜਿਆਂ ਨੂੰ ਉਪਦੇਸ਼ ਦੇਈ ਜਾਵੇ ਤੇ ਆਪ ਉਹਨਾਂ ਉਪਦੇਸ਼ਾਂ ਤੇ ਅਮਲ ਨਾ ਕਰਦਾ ਹੋਵੇ। 14 ਹੈ ਸੰਤੋਖੀ ਹੋਏ। ਤੇ 14ਵਾਂ ਗੁਣ ਹੈ ਵੀ ਸੰਤੋਖੀ ਵੀ ਹੋਵੇ, ਲਾਲਚੀ ਨਾ ਹੋਵੇ ਬਈ ਜਿੰਨੀ ਮਾਇਆ ਸਾਰੀ ਮੈਨੂੰ ਮਿਲ ਜਾਏ, ਇਹ ਨਾ ਹੋਵੇ। ਜੋ ਵਾਹਿਗੁਰੂ ਨੇ ਦੇਣਾ ਮੇਰੇ ਕਰਮਾਂ 'ਚ ਮੈਨੂੰ ਮਿਲ ਹੀ ਜਾਣਾ, ਲਾਲਚੀ ਨਾ ਹੋਵੇ। ਪਰਾ ਲਬਧ ਕਰ ਆਵੈ ਜੋਏ। ਆਪਣੇ ਕਰਮਾਂ 'ਚ ਪਰਾ ਲਬਧ ਹੈ ਮੇਰੀ। ਜੇ ਮੈਨੂੰ ਮਹਾਰਾਜ ਨੇ ਪ੍ਰਸ਼ਾਦਾ ਚੋਪੜਿਆ ਦੇਣਾ ਤਾਂ ਮੈਨੂੰ ਮਿਲ ਹੀ ਜਾਣਾ। ਜੇ ਰੁੱਖਾ ਦੇਣਾ ਤੇ ਫਿਰ ਮੈਂ ਚੋਪੜ ਨਹੀਂ ਸਕਦਾ, ਰੁੱਖਾ ਹੀ ਮਿਲਣਾ। ਮੇਰੀ ਪਰਾ ਲਬਧ ਮੈਨੂੰ ਮਿਲਣੀ ਹੈ। ਪਰਾ ਲਬਧ ਤੋਂ ਜ਼ਿਆਦਾ ਨਹੀਂ ਮਿਲਣਾ, ਪਰਾ ਲਬਧ ਤੋਂ ਘੱਟ ਨਹੀਂ ਮਿਲਣਾ। ਆਖੋ ਸ੍ਰੀ ਵਾਹਿਗੁਰੂ। ਇਹ ਜਾਣੇ ਵੀ ਜਿਹੜੀ ਮੇਰੀ ਰੋਜੀ ਪਰਮਾਤਮਾ ਨੇ ਲਿਖੀ ਹੋਈ ਹੈ ਉਹ ਮੇਰੇ ਕੋਲ ਆ ਹੀ ਜਾਵੇਗੀ। ਸਹਿਤ ਆਨੰਦ ਪਾਏ ਜੋ ਲੈ। ਜੋ ਆਨੰਦ ਦੇ ਨਾਲ ਵਾਹਿਗੁਰੂ ਦਿੰਦਾ ਉਹ ਲੈ ਲਵੇ। ਬਿਨ ਜਾਚੇ ਅੰਮ੍ਰਿਤ ਸਮ ਦੇ। ਬਿਨਾ ਮੰਗੇ ਲਵੇ। ਕਥਾ ਦੀ ਭੇਟਾ ਮੰਗਣੀ ਨਹੀਂ, ਕੀਰਤਨ ਦੀ ਭੇਟਾ ਮੰਗਣੀ ਨਹੀਂ। ਇਹ ਪੁਰਾਤਨ ਮਰਜ਼ਾਦਾ ਸਾਧ ਸੰਗਤ ਜੀ ਗੁਰੂ ਕੇ ਕੀਰਤਨੀਆਂ ਤੇ ਕਥਾਵਾਚਕਾਂ ਦੀ। ਪਰ ਅੱਜ ਕੱਲ੍ਹ ਇਹ ਰਿਵਾਜ ਬਣ ਗਿਆ ਵੀ ਇੰਨੇ ਘੰਟੇ ਕਥਾ ਕਰਨੀ, ਇੰਨੇ ਹਜ਼ਾਰ ਚਾਹੀਦੇ ਆ, ਮੰਗ ਕੇ ਮਿੱਥ ਕੇ ਲੈਂਦੇ ਆ। ਪਰ ਉਹਦੇ ਵਿੱਚ ਦੂਜਾ ਪੱਖ ਤਾੜੀ ਵੀ ਦੋਵਾਂ ਹੱਥਾਂ ਨਾਲ ਵੱਜਦੀ ਹੈ ਵੀ ਜਿਹੜੇ ਹੁਣ ਗੁਰੂ ਕਾ ਕੀਰਤਨੀਏ ਕਥਾਵਾਚਕ ਨੇ ਉਹਨਾਂ ਨੂੰ ਸਰੀਰ ਦੇ ਨਿਰਵਾਹ ਵਾਸਤੇ ਮਾਇਆ ਚਾਹੀਦੀ ਹੈ। ਪਰ ਕਈ ਲੋਕ ਕਹਿੰਦੇ ਵੀ ਇਹ ਤਾਂ ਵਿਚਾਰੇ ਵਿਹਲੇ ਹੀ ਫਿਰਦੇ ਆ, ਇਹਨਾਂ ਨੂੰ ਦੇਣ ਦੀ ਕੀ ਲੋੜ ਹੈ। ਗਾਣ ਵਾਲੀ ਨੂੰ ਭਾਵੇਂ ਜਿੰਨਾ ਮਰਜ਼ੀ ਦੇਈ ਜਾਓ, ਰਾਗੀ ਸਿੰਘ ਭੇਟਾ ਮੰਗ ਲੈਣ ਤੇ ਫਿਰ ਰੌਲਾ ਪੈਂਦਾ। ਉੱਥੇ ਫਿਰ ਇਹ ਵਪਾਰ ਸ਼ੁਰੂ ਹੋ ਗਿਆ ਹੁਣ। ਪਰ ਮਹਾਰਾਜ ਕਹਿੰਦੇ ਨਾ ਭਾਈ, ਜੋ ਦੁਨੀਆ ਕਰੇ ਦਵੇ ਨਾ ਦਵੇ, ਆਪਣਾ ਨਿਸ਼ਚਾ ਗੁਰੂ ਤੇ ਰੱਖੇ ਤੇ ਗੁਰੂ ਦਿੰਦਾ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਜੇ ਗੁਰੂ ਤੇ ਭਰੋਸਾ ਰੱਖੋ ਨਾ, ਫਿਰ ਗੁਰੂ ਕਮੀ ਨਹੀਂ ਰਹਿਣ ਦਿੰਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਨੇ, ਭਾਈ ਸੰਤੋਖੀ ਬਿਰਤੀ ਹੋਵੇ, ਬਿਨਾਂ ਮੰਗਿਆਂ ਜੋ ਮਿਲ ਜਾਵੇ ਉਹ ਲੈ ਲਵੇ। ਅਧਿਕ ਪਦਾਰਥ ਚਾਹ ਨਾ ਧਰੈ। ਮਾਇਆ ਬਹੁਤੀ ਮਿਲੇ ਮੈਨੂੰ, ਪਦਾਰਥ ਬਹੁਤੇ ਮਿਲਣ, ਏਦਾਂ ਦੀ ਇੱਛਾ ਨਾ ਰੱਖੇ। ਢਿਗ ਜੋ ਹੋਏ ਵਰਤਬੋ ਕਰੈ। ਜੋ ਕੋਲ ਹੈ ਰੁੱਖਾ ਮਿੱਸਾ ਛਕ ਲਵੇ। ਜਿੰਨਾ ਬਸਤਰ ਵਾਹਿਗੁਰੂ ਨੇ ਦਿੱਤਾ ਉਹਨਾਂ ਪਹਿਨ ਲਵੇ, ਉਹਦੇ ਨਾਲ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਕਰ ਲਵੇ। ਲਾਲਚੀ ਬਿਰਤੀ ਨਾ ਰੱਖੇ। 14 ਗੁਣ ਮਹਾਰਾਜ ਸਾਹਿਬ ਜੀ ਦੱਸ ਰਹੇ ਨੇ। ਇਹ ਬਖਤੇ ਕੇ 14 ਗੁਣ ਹੈ। ਮਹਾਰਾਜ ਕਹਿੰਦੇ ਕਥਾ ਕਰਨ ਵਾਲੇ ਦੇ ਇਹ 14 ਗੁਣ ਹਨ ਜੀ। ਧਰ ਹੈ ਚਤੁਰਦਸ਼ ਕਥਾ ਜੋ ਸੁਣ ਹੈ। ਹੁਣ ਮਹਾਰਾਜ ਸੁਣਨ ਵਾਲਿਆਂ ਦਾ ਦੱਸਦੇ, ਕਥਾ ਸੁਣਨ ਵਾਲੇ ਦੇ 14 ਗੁਣ ਹੁੰਦੇ ਆ। ਕਥਾ ਸੁਣਨ ਵਾਲਾ ਵੀ 14 ਗੁਣਾਂ ਦਾ ਧਾਰਨੀ ਹੋਵੇ। ਬਖਤਾ ਕੀ ਕਰਨੀ ਨਿਜ ਭਗਤ। ਪਹਿਲਾ ਗੁਣ ਹੈ ਸਰੋਤੇ ਦਾ, ਵੀ ਉਹਨੂੰ ਬਖਤਾ ਦੇ ਬਚਨ ਤੇ ਭਰੋਸਾ ਹੋਵੇ। ਉਹ ਇਹ ਸੋਚੇ ਵੀ ਜੋ ਬੋਲ ਰਹੇ ਨੇ ਠੀਕ ਹੀ ਬੋਲ ਰਹੇ ਨੇ। ਤੇ ਜੇ ਪਹਿਲਾਂ ਹੀ ਮਿੱਥ ਕੇ ਬੈਠਾ ਹੋਵੇ ਵੀ ਜੋ ਇਹ ਬੋਲ ਰਹੇ ਨੇ ਮੈਂ ਇਹਨੂੰ ਗਲਤੀ ਸਾਬਤ ਕਰਨਾ, ਫਿਰ ਕਥਾ ਦਾ ਆਨੰਦ ਨਹੀਂ ਆਉਣਾ, ਮਨ ਨਹੀਂ ਟਿਕਣਾ, ਸ਼ਾਂਤੀ ਨਹੀਂ ਆਉਣੀ। 6ਵੇਂ ਪਾਤਸ਼ਾਹ ਕਹਿੰਦੇ ਪਹਿਲਾ ਬਚਨ ਇਹ ਹੈ ਵੀ ਬਖਤਾ ਦੇ ਕਥਾ ਕਰਨ ਵਾਲੇ ਦੇ ਉੱਤੇ ਵਿਸ਼ਵਾਸ ਹੋਵੇ ਵੀ ਇਹ ਜੋ ਕਥਾ ਕਰ ਰਹੇ ਨੇ ਗੁਰੂ ਦੇ ਆਸ਼ੇ ਅਨੁਸਾਰ ਹੀ ਕਰ ਰਹੇ ਨੇ, ਇਹ ਠੀਕ ਹੀ ਬੋਲ ਰਹੇ ਨੇ। ਮਨ ਬਚ ਕਰ ਮਨ ਕੇ ਸੰਯੁਗਤ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਆਪਣੇ ਬਖਤਾ ਉੱਤੇ ਵਿਸ਼ਵਾਸ ਰੱਖੇ, ਉਹਦੀ ਸੇਵਾ ਕਰੇ। ਦੂਜੇ ਹੋਏ ਨਾ ਮਨ ਹੰਕਾਰੀ। ਦੂਜੀ ਗੱਲ ਹੈ ਕਥਾ ਸੁਣਨ ਵਾਲਾ ਹੰਕਾਰੀ ਵੀ ਨਾ ਹੋਵੇ। ਹੰਕਾਰੀ ਨੂੰ ਭਾਵੇਂ 4 ਵੇਦ ਪੜ੍ਹ ਕੇ ਸੁਣਾ ਦੇ, ਉਹਨੂੰ ਇੱਕ ਪੰਕਤੀ ਨਹੀਂ ਪੱਲੇ ਪੈਣੀ। ਮੈਂ ਗਿਆਨੀ ਹਾਂ, ਮੈਂ ਕਿਸੇ ਦੀ ਕਿਉਂ ਸੁਣਾ। ਕਹਿੰਦੇ ਬਖਤਾ ਕਥਾ ਕਰ ਰਿਹਾ ਤੇ ਸਰੋਤੇ ਦੇ ਮਨ 'ਚ ਹੰਕਾਰ ਹੈ, ਉਹਨੂੰ ਕੱਖ ਨਹੀਂ ਪੱਲੇ ਪੈਣਾ। ਇਸ ਕਰਕੇ 6ਵੇਂ ਪਾਤਸ਼ਾਹ ਕਹਿੰਦੇ ਬਈ ਦੂਜਾ ਗੁਣ ਇਹ ਹੈ ਸਰੋਤੇ ਦਾ, ਹੰਕਾਰੀ ਨਾ ਹੋਵੇ, ਮਨ ਨੀਵਾਂ ਹੋਵੇ। ਜਾਨ ਹੈ ਮੈਂ ਬੜ ਸੇਵਾ ਧਾਰੀ। ਬਲਕਿ ਇਹ ਸਮਝੇ ਵੀ ਮੈਂ ਤਾਂ ਗੁਰੂ ਕਾ ਸੇਵਕ ਹਾਂ, ਮੈਂ ਸੇਵਾ ਕਰਨੀ ਹੈ, ਗੁਰੂ ਦੀ ਸਿੱਖਿਆ ਗ੍ਰਹਿਣ ਕਰਨੀ ਹੈ, ਗੁਰਬਾਣੀ ਸੁਣਨੀ ਹੈ,
ਇਸ ਤਰ੍ਹਾਂ ਦੀ ਸ਼ਰਧਾ ਵਾਲਾ ਹੋਵੇ ਤਾਂ ਸੁਣੇਗਾ ਕਥਾ। ਤ੍ਰਿਤੀਏ ਸ਼ਰਧਾ ਸੁਨਬੇ ਹੋਏ। ਤੀਜਾ ਗੁਣ ਹੈ ਵੀ ਸੁਣਨ ਦੀ ਸ਼ਰਧਾ ਹੋਵੇ, ਮੈਂ ਸੁਣਨਾ, ਗੁਰੂ ਦੇ ਬਚਨ ਸੁਣਨ ਦਾ ਚਾਹ ਹੋਵੇ ਮਨ ਵਿੱਚ। ਨਹੀਂ ਉਚਾਟ ਹੈ ਮਨ ਕੋ ਸੋਏ। ਸੁਣੀ ਜਾਵੇ, ਸੁਣੀ ਜਾਵੇ, ਸੁਣਦਾ ਹੀ ਰਵੇ, ਸ਼ਰਧਾ ਹੀ ਰੱਖੇ ਸੁਣਨ ਤੇ, ਮਨ ਉਚਾਟ ਨਾ ਕਰੇ। ਹੋ ਸਕਦਾ ਕੋਈ ਗੱਲ ਅੱਜ ਨਹੀਂ ਸਮਝ ਆਈ, ਕੱਲ ਸਮਝ ਆ ਜਾਏ, ਕੱਲ ਨਹੀਂ ਸਮਝ ਆਈ ਪਰਸੋਂ ਸਮਝ ਆ ਜਾਏ, ਹੋ ਸਕਦਾ ਸਾਲ ਲੱਗੇ, 2 ਸਾਲ ਲੱਗਣ। ਕਈ ਗੁਰਬਾਣੀ ਦੀਆਂ ਐਸੀਆਂ ਗੱਲਾਂ ਨੇ ਸਾਰੇ ਜਨਮ 'ਚ ਨਹੀਂ ਸਮਝ ਆਉਂਦੀਆਂ, ਕਿਉਂਕਿ ਉਹ ਸਾਡੀ ਅਵਸਥਾ ਨਹੀਂ ਨਾ ਬਣੀ। ਉਹ ਅਵਸਥਾ ਬਣੇਗੀ, ਸਮਝ ਆਏਗੀ। ਲੱਗਾ ਰਵੇ, ਸੁਣੀ ਜਾਓ, ਸੁਣੀ ਜਾਓ। ਸਿੱਖ ਦਾ ਕੰਮ ਹੈ ਸਿੱਖਣਾ, ਰੋਜ਼ ਸੁਣੇ ਗੁਰੂ ਕੀ ਬਾਣੀ। ਹਾਂਜੀ। ਚੌਥੇ ਆਪਣੀ ਚਿਤ ਚਤੁਰਾਈ। ਚੌਥੀ ਗੱਲ ਇਹ ਆ ਵੀ ਸਰੋਤਾ ਕਥਾ ਸੁਣਨ ਵਾਲਾ ਆਪਣੇ ਚਿੱਤ ਦੀਆਂ ਚਤੁਰਾਈਆਂ ਜੋੜੇ ਖਾਨੇ 'ਚ ਲਾ ਕੇ ਆਵੇ। ਜਿੱਥੇ ਜੋੜੇ ਲਾ ਕੇ ਆਉਂਦੇ ਆ ਉੱਥੇ ਆਪਣੀ ਸਿਆਣਪ ਵੀ ਛੱਡ ਕੇ ਆਈਏ ਵੀ ਸੱਚੇ ਪਾਤਸ਼ਾਹ ਦੀ ਕਥਾ ਸੁਣਨ ਚੱਲੇ ਆ, ਮੇਰੇ ਮਨ 'ਚ ਕੋਈ ਫੁਰਨਾ, ਕੋਈ ਸੰਕਲਪ, ਕੋਈ ਚਲਾਕੀ ਹੁਸ਼ਿਆਰੀ ਪੈਦਾ ਨਾ ਹੋਵੇ। ਛੇਵੇਂ ਪਾਤਸ਼ਾਹ ਕਹਿੰਦੇ ਆਪਣੇ ਮਨ ਦੀ ਚਤੁਰਾਈ ਛੱਡ ਕੇ ਕਥਾ ਸੁਣੇ। ਬਖਤੇ ਪਰ ਨਹਿ ਕਰਹਿ ਬਨਾਈ। ਆਪਣੇ ਚਿੱਤ ਦੀਆਂ ਚਲਾਕੀਆਂ ਚਤੁਰਾਈਆਂ ਬਖਤੇ ਤੇ ਨਾ ਲਾਵੇ। ਸਤਿਕਾਰਯੋਗ ਮਸ਼ਕੀਨ ਜੀ ਦੇ ਕੋਲ ਇੱਕ ਬੰਦਾ ਆਇਆ, ਕਹਿੰਦਾ ਜੀ ਮੈਂ ਇੰਜੀਨੀਅਰਿੰਗ ਕੀਤੀ ਹੈ, ਮੇਰੇ ਕੋਈ ਸਵਾਲਾਂ ਦਾ ਜਵਾਬ ਦਿਓ। ਗਿਆਨੀ ਜੀ ਕਹਿੰਦੇ ਮੈਂ ਇੰਜੀਨੀਅਰਿੰਗ ਨਹੀਂ ਕੀਤੀ। ਉਹ ਫਿਰ ਕਹਿੰਦਾ ਮੈਂ ਸਵਾਲ ਕਰਨਾ। ਕਹਿੰਦੇ ਮੈਂ ਤੈਨੂੰ ਕਹਿ ਜੋ ਰਿਹਾ ਵੀ ਮੈਂ ਇੰਜੀਨੀਅਰਿੰਗ ਨਹੀਂ ਕੀਤੀ, ਮੈਂ ਪੜ੍ਹਿਆ ਨਹੀਂ। 3 ਵਾਰੀ ਉਹਨੂੰ ਕਿਹਾ, ਉਹਨੂੰ ਫਿਰ ਸਮਝ ਨਾ ਆਈ। ਤੇ ਗਿਆਨੀ ਜੀ ਪਤਾ ਕੀ ਕਹਿ ਰਹੇ ਸੀ ਵੀ ਜਿਹੜੀ ਪੜ੍ਹਾਈ ਤੂੰ ਕੀਤੀ ਉਹ ਮੈਂ ਨਹੀਂ ਕੀਤੀ, ਪਰ ਜਿਹੜੀ ਮੈਂ ਕੀਤੀ ਉਹ ਤੂੰ ਵੀ ਨਹੀਂ ਕੀਤੀ, ਉਹ ਪੜ੍ਹਾਈ ਤੈਨੂੰ ਨਹੀਂ ਆਉਂਦੀ। ਸੋ ਆਪਣੀਆਂ ਬਾਹਰਲੀਆਂ ਚਤੁਰਾਈਆਂ ਲਿਆ ਕੇ ਗੁਰੂ ਘਰ ਤੇ ਨਾ ਘੋਟੇ। ਹਾਂਜੀ। ਪੰਚਮ ਬਖਤਾ ਭਨ ਹੈ ਜੋ ਅਰਥ। ਪੰਜਵੀਂ ਗੱਲ ਹੈ ਜਿਹੜਾ ਬਖਤਾ ਕਥਾ ਕਰ ਰਿਹਾ, ਜਿਹੜੇ ਅਰਥ ਸੁਣਾ ਰਿਹਾ ਹੈ, ਤੇ ਸਮਝਣ ਕੀ ਹੋਏ ਸਮਰਥ। ਉਹਨੂੰ ਸਮਝਣ ਦੀ ਸਮਰੱਥਾ ਵੀ ਹੋਵੇ। ਸਾਧ ਸੰਗਤ ਜੀ, ਅਸੀਂ ਅਨਪੜ੍ਹ ਬੰਦੇ ਦੇਖੇ, ਪੰਜੋਖਰਾ ਸਾਹਿਬ ਬਿਲਕੁਲ ਅਨਪੜ੍ਹ, ਅੰਗੂਠਾ ਛਾਪ, ਪਰ ਗੁਰਬਾਣੀ ਦੇ ਅਰਥ ਇੰਨੇ ਬਰੀਕੀ ਨਾਲ ਸਮਝਦੇ। ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਵੀ ਸਾਨੂੰ 60-70 ਸਾਲ ਹੈ, ਗੁਰਬਾਣੀ ਤੋਂ ਬਿਨਾਂ ਬਾਹਰ ਗਏ ਨਹੀਂ ਕਿਤੇ। ਗੁਰਬਾਣੀ ਨੂੰ ਸਮਝਣ ਦੀ ਸਮਰੱਥਾ ਆ ਜਾਂਦੀ ਸੁਣਨ ਨਾਲ। ਸੁਣਨ ਦਾ ਅਭਿਆਸੀ ਹੋਵੇ, ਸੁਣ ਕੇ ਸਮਝ ਆਵੇ। ਖਸ਼ਟਮ ਪ੍ਰਸ਼ਨ ਕਰਨ ਕੋ ਜਾਣੈ। ਛੇਵਾਂ ਗੁਣ ਹੈ ਸਰੋਤੇ ਵਿੱਚ ਵੀ ਉਹਨੂੰ ਸਵਾਲ ਕਰਨਾ ਆਉਂਦਾ ਹੋਵੇ। ਸਵਾਲ ਕਿਵੇਂ ਕਰਨਾ, ਇਹ ਨਹੀਂ ਵੀ ਜੋੜੇ ਖਾਨੇ 'ਚ ਗਿਆਨੀ ਜੀ ਆਹ ਗੱਲ ਕਿਵੇਂ ਕਹੀ ਸੀ, ਇੱਦਾਂ ਨਹੀਂ। ਬੈਠ ਕੇ ਪ੍ਰੇਮ ਨਾਲ ਕੋਈ ਗੱਲ ਪੁੱਛਣੀ ਹੈ, ਤਰੀਕੇ ਨਾਲ ਪੁੱਛੋ। ਇਹਦਾ ਨਹੀਂ ਵੀ ਰਾਹ ਜਾਂਦਿਆਂ ਰੋੜਾ ਮਾਰਨਾ। ਕਹਿੰਦੇ ਸਵਾਲ ਕਰਨਾ ਆਉਂਦਾ ਹੋਵੇ, ਸਵਾਲ ਕਰਨ ਦਾ ਤਰੀਕਾ ਪਤਾ ਹੋਵੇ। ਹਾਂਜੀ। ਸਪਤਮ ਸੁਣੇ ਗ੍ਰੰਥ ਬਹੁ ਕਾਨੈ। 7ਵੀਂ ਗੱਲ ਹੈ ਉਹਨੇ ਬੜੇ ਗ੍ਰੰਥ ਸੁਣੇ ਹੋਣ। ਇਹ ਨਹੀਂ ਵੀ 1-2 ਪੋਥੀਆਂ ਸੁਣ ਲਈਆਂ। ਕਈ ਸਾਨੂੰ ਸੱਜਣ ਮਿਲਦੇ, ਇਹ ਗੱਲ ਤਾਂ ਜੀ ਮੈਂ ਪਹਿਲੀ ਵਾਰੀ ਸੁਣੀ ਹੈ, ਇਹ ਕਿਤਾਬ ਤੇ ਅਸੀਂ ਪਹਿਲੀ ਵਾਰੀ ਸੁਣੀ ਹੈ, ਇਹ ਗ੍ਰੰਥ ਤੇ ਅਸੀਂ ਪਹਿਲੀ ਵਾਰੀ ਸੁਣਿਆ। ਤੇ ਮੈਂ ਕਿਹਾ ਭਰਾਵਾ ਫਿਰ ਸਾਡਾ ਕੀ ਕਸੂਰ ਹੈ? ਪਹਿਲੀ ਵਾਰੀ ਸੁਣਿਆ, ਹੁਣ ਦੂਜੀ ਵਾਰੀ ਵੀ ਸੁਣ ਲਈ, ਕਿਉਂਕਿ ਇਹ ਗ੍ਰੰਥ ਤਾਂ ਬੜੇ ਪੁਰਾਣੇ ਨੇ, ਇਹ ਤਾਂ ਚੱਲੇ ਆਉਂਦੇ ਨੇ। ਅਸੀਂ ਪਹਿਲੀ ਵਾਰੀ ਸੁਣਿਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਕੋਈ ਗੱਲ ਗਲਤ ਹੈ। ਉਹ ਸਾਡੀ ਕਮਜ਼ੋਰੀ ਹੈ ਵੀ ਸਾਨੂੰ ਹੁਣ ਗਿੱਦੜ ਜੰਮਿਆ ਸੀ ਸਾਉਣ ਦੇ ਮਹੀਨੇ 'ਚ, ਮੀਂਹ ਪੈ ਰਿਹਾ ਸੀ। ਕਹਿੰਦਾ ਇਤਨੀ ਬਰਸਾਤ ਤੋਂ ਜ਼ਿੰਦਗੀ ਮੈਂ ਪਹਿਲੀ ਦਫਾ ਦੇਖੀ। ਕੋਈ ਸਿਆਣਾ ਕਹਿੰਦਾ ਵੀ ਤੇਰੀ ਜ਼ਿੰਦਗੀ ਕਿੰਨੀ ਕੁ ਹੈ? ਜੰਮਿਆ ਤੇ ਤੂੰ ਕੱਲ੍ਹ ਹੈ, ਤੇ ਬਰਸਾਤ ਤੇ ਜਦੋਂ ਦੀ ਦੁਨੀਆ ਬਣੀ ਉਦੋਂ ਦੀ ਪੈਂਦੀ ਹੈ। ਸੋ ਗ੍ਰੰਥ ਬਹੁਤੇ ਸੁਣੇ ਹੋਣ, ਪਤਾ ਹੋਵੇ। ਅਸ਼ਟਮ ਆਲਸ ਕੋ ਨਹਿ ਧਰੈ। 8ਵਾਂ ਗੁਣ ਹੈ ਆਲਸੀ ਨਾ ਹੋਵੇ। ਉਬਾਸੀਆਂ ਨਾ ਲੈਂਦਾ, ਕਥਾ ਸੁਣੀ ਜਾਵੇ ਨਾਲੇ ਉਬਾਸੀਆਂ ਲਈ ਜਾਵੇ, ਨਹੀਂ ਤਿਆਰ ਬਰ ਤਿਆਰ ਹੋ ਕੇ ਕਥਾ ਸੁਣੇ। ਹਾਂਜੀ। ਨੌਮੋ ਨਿੰਦਰਾ ਕੋ ਬਸ ਕਰੈ। 9ਵਾਂ ਗੁਣ ਮਾਰੇ ਕਹਿੰਦੇ ਨਿੰਦਰਾ ਤੇ ਵੀ ਵਸ ਪਾਇਆ ਹੋਵੇ। ਕਈ ਬੈਠੇ ਬੈਠੇ ਸੌਂ ਲੈਂਦੇ ਕਥਾ 'ਚ, ਨੀਂਦ ਘਰ ਨਹੀਂ ਪੂਰੀ ਹੁੰਦੀ, ਇੱਥੇ ਆ ਕਰ ਲੈਂਦੇ। ਕਹਿੰਦੇ ਤਿਆਰ ਬਰ ਤਿਆਰ ਹੋ ਕੇ ਸੁਣੇ, ਨਿੰਦਰਾ ਨੂੰ, ਨੀਂਦ ਨੂੰ ਜਿੱਤਿਆ ਹੋਵੇ। ਹਾਂਜੀ। 10ਵਾਂ ਸੁਨਹਿ ਧਰਹਿ ਉਰ ਸੋਏ। ਫਿਰ 10ਵੀਂ ਗੱਲ ਹੈ ਵੀ ਜੋ ਸੁਣਿਆ ਉਹਨੂੰ ਮਨ 'ਚ ਵਸਾਵੇ। ਵੀ ਗੁਰੂ ਸਾਹਿਬ ਦਾ ਉਪਦੇਸ਼ ਅੱਜ ਮੈਂ ਸੁਣਿਆ, ਇਹ ਮਨ 'ਚ ਵਸਾਣਾ, ਯਾਦ ਰੱਖੇ। ਵੰਡ ਖਾਏ ਢਿਗ ਪਿਖ ਜੋ ਹੋਏ। ਤੇ ਇਹ ਵੀ ਗੁਣ ਹੈ ਵੀ ਜੋ ਕੋਲ ਹੈ ਉਹਨੂੰ ਵੰਡ ਕੇ ਛਕਣਾ ਜਾਣਦਾ ਹੋਵੇ। ਸਰੋਤੇ ਦੀ ਕਥਾ ਸੁਣ ਕੇ ਤੇ ਕਿਸੇ ਨੂੰ ਕੌਡੀ ਵੀ ਨਾ ਦਵੇ, ਕੋਈ ਦਾਨ ਪੁੰਨ ਨਾ ਕਰੇ, ਕੋਈ ਲੰਗਰ ਨਾ ਲਾਵੇ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਨਾ ਛਕਾਵੇ। ਕਥਾ ਸੁੱਕਣ ਦਾ ਕੀ ਫਾਇਦਾ?
ਕਥਾ ਸੁਣੀ ਹੈ ਤੇ ਫਿਰ ਵੰਡ ਕੇ ਛਕਣਾ ਸਿੱਖੇ। ਹਾਂਜੀ। ਦਵਾਦਸ਼ਮੋ ਜਿਮ ਗੁਰਨ ਸਿਧਾਂਤ 12ਵੀਂ ਗੱਲ ਇਹ ਹੈ ਵੀ ਉਹਨੂੰ ਗੁਰੂ ਦੇ ਸਿਧਾਂਤਾਂ ਦਾ ਪਤਾ ਹੋਵੇ, ਤਿਸ ਅਨੁਸਾਰ ਸੁਨਹਿ ਚਿਤ ਸ਼ਾਂਤ ਸ਼ਾਂਤ ਹੋ ਕੇ ਗੁਰੂ ਦੇ ਸਿਧਾਂਤ ਨੂੰ ਸੁਣੇ। ਹੋਏ ਵੇ ਪਰਜੈ ਤਿਆਗ ਨ ਕਰੈ ਜਿਹੜੀ ਗੱਲ ਗੁਰੂ ਦੇ ਸਿਧਾਂਤ ਦੇ ਉਲਟ ਹੈ ਉਹ ਨਾ ਸੁਣੇ। ਅੱਜ ਕੱਲ੍ਹ ਸਾਧ ਸੰਗਤ ਜੀ ਪਤਾ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕੀ ਹੈ ਤੇ ਅਨਮਤਾਂ ਦਾ ਸਿਧਾਂਤ ਕੀ ਹੈ। ਕਈ ਨਾਸਤਕ ਮਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੱਸੀ ਜਾਂਦੇ, ਅਸੀਂ ਉਹਨੂੰ ਵੀ ਗੁਰਮਤਿ ਕਹੀ ਜਾਂਦੇ ਹਾਂ। ਗੁਰੂ ਦਾ ਜੋ ਸਿਧਾਂਤ ਹੈ ਗੁਰਬਾਣੀ ਦਾ, ਉਹ ਪਹਿਲਾਂ ਦ੍ਰਿੜ ਕੀਤਾ ਹੋਵੇ, ਉਹਦੇ ਅਨੁਸਾਰ ਹੀ ਸੁਣੇ, ਗੁਰੂ ਦੇ ਮਤ ਦੇ ਉਲਟ ਨਾ ਕੁਝ ਸੁਣੇ। ਹਾਂਜੀ। ਤ੍ਰੋਦਸ਼ਮੋ ਤਨ ਮੈਂ ਸੁਚ ਧਰੈ 13ਵਾਂ ਗੁਣ ਹੈ ਵੀ ਸਰੀਰ ਦੀ ਸਫਾਈ ਰੱਖੇ, ਪਵਿੱਤਰ ਹੋਵੇ, ਸੁੱਚ ਇਸ਼ਨਾਨ ਪਾਣੀ ਕਰਕੇ ਆਵੇ। ਇਹ ਨਹੀਂ ਵੀ ਸਵੇਰੇ ਉੱਠਿਆ ਮੂੰਹ ਧੋਇਆ ਨਹੀਂ ਤੇ ਗੁਰਦੁਆਰੇ ਆ ਗਿਆ। ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਕੇ ਸਾਫ ਸੁਥਰੇ ਕੱਪੜੇ ਪਾ ਕੇ ਕਥਾ ਵਿੱਚ ਬੈਠੇ। ਹਾਂਜੀ। 14 ਨਹਿ ਕਰੈ ਪਖੰਡ ਤੇ 14ਵਾਂ ਗੁਣ ਹੈ ਪਖੰਡੀ ਨਾ ਹੋਵੇ। ਇਹ ਨਾ ਹੋਵੇ ਵੀ ਲੋਕਾਂ ਦੇ ਸਾਹਮਣੇ ਵੀ ਮੈਂ ਕਥਾ ਸੁਣਨ ਆਇਆ, ਮੈਂ ਤੇ ਵਿਖਾਣਾ, ਸਾਰੇ ਮਹੱਲੇ ਨੂੰ ਦੱਸਣਾ ਮੈਂ ਕਥਾ ਸੁਣ ਕੇ ਆਇਆ। ਨਹੀਂ, ਸੁਣਨੀ ਆਵੇ, ਸੁਣਨ ਦਾ ਵਿਖਾਵਾ ਨਾ ਕਰੇ। ਹਾਂਜੀ। ਮਨ ਕੋ ਲਾਭ ਹੈ ਸੁਨਹਿ ਅਖੰਡ ਔਰ ਮਨ ਲਾ ਕੇ ਸੁਣੇ, ਧਿਆਨ ਲਾ ਕੇ ਸੁਣੇ, ਜੋ ਕੁਝ ਗੁਰੂ ਕੀ ਬਾਣੀ ਕਹਿ ਰਹੀ ਹੈ ਉਹਨੂੰ ਧਿਆਨ ਨਾਲ ਸੁਣੇ। ਇਮ ਸ਼ਰੋਤਾ ਬਖਤਾ ਜੋ ਹੋਏ ਇਸ ਤਰ੍ਹਾਂ ਮਹਾਰਾਜ ਕਹਿੰਦੇ 14 ਗੁਣ ਸਰੋਤਾ ਦੇ, 14 ਬਖਤਾ ਦੇ ਜੇ ਪੂਰੇ ਹੋਣ ਪ੍ਰਾਪਤ ਹੋਤ ਗਿਆਨ ਕੋ ਦੋਏ ਤਾਂ ਦੋਵਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਕਥਾ ਕਰਨ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ। ਇਹ ਲੱਛਣ ਜੋ ਕਹੇ ਬਨਾਏ ਇਹ 14 ਲੱਛਣ ਹਨ, 14 ਬਖਤਾ ਦੇ ਹਨ, 14 ਸਰੋਤਾ ਦੇ, ਜੋ ਕਹੇ ਹਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ। ਸਿੱਖ ਨਿਹਾਲੂ ਵਿਖੈ ਸੋ ਪਾਏ ਮਹਾਰਾਜ ਕਹਿੰਦੇ ਭਾਈ ਨਿਹਾਲੂ ਜੀ ਵਿੱਚ ਇਹ ਗੁਣ ਹਨ, ਉਹ ਜਿਹੜੇ ਕਥਾ ਕਰਦੇ ਨਾ, ਇਹਨਾਂ 14 ਗੁਣਾਂ ਦੇ ਸੰਯੁਕਤ ਹਨ। ਤਿਸ ਕੀ ਸੰਗਤ ਕਰੋ ਹਮੇਸ਼ ਇਹ ਭਾਈ ਸਿੱਖੋ, ਭਾਈ ਨਿਹਾਲੂ ਦੀ ਸੰਗਤ ਕਰਿਆ ਕਰੋ, ਉਹਨਾਂ ਦੀ ਕਥਾ ਸੁਣਿਆ ਕਰੋ। ਹੋਏ ਤੁਮ ਮਹਿ ਗੁਣ ਬ੍ਰਿੰਦ ਵਿਸ਼ੇਸ਼ ਤੁਹਾਡੇ ਵਿੱਚ ਵੀ ਇਹ 14 ਗੁਣ ਆ ਜਾਣਗੇ, ਤੁਸੀਂ ਵੀ ਸਾਰੇ ਗੁਣਾਂ ਦੇ ਸਹਿਤ ਹੋ ਕੇ ਮੁਕਤੀ ਨੂੰ ਪ੍ਰਾਪਤ ਹੋਵੋਗੇ। ਇਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਉਪਦੇਸ਼ ਦਿੱਤਾ ਹੈ ਸਾਧ ਸੰਗਤ ਦੀ ਸੰਗਤ ਨੂੰ, ਸਾਨੂੰ ਵੀ ਦਿੱਤਾ ਹੈ ਤੇ ਸਦਾ ਹੀ ਇਹ ਉਪਦੇਸ਼ ਗੁਰੂ ਕੇ ਸਿੱਖਾਂ ਦੇ ਕੰਮ ਆਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ, ਹੇ ਗੋਪਾਲ।